ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹਿਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਗੁਰੂ ਪਿਆਰੇ ਸਤਸੰਗੀ ਜਨੋ, ਸੋਦਰ ਰਹਿਰਾਜ ਸਾਹਿਬ ਅੰਮ੍ਰਿਤ ਦੀ ਬਾਣੀ, ਜਿਹੜੀ ਬਾਣੀ ਗੁਰਸਿੱਖਾਂ ਦੇ ਨੇਮ ਦੀ ਬਾਣੀ ਹੈ। ਅੰਮ੍ਰਿਤ ਛਕਣ ਤੋਂ ਬਾਅਦ ਗੁਰਸਿੱਖ ਦਾ ਜਿੱਥੇ 5 ਬਾਣੀਆਂ ਦਾ ਨੇਮ ਅੰਮ੍ਰਿਤ ਵੇਲੇ ਦਾ, ਉੱਥੇ ਸ਼ਾਮ ਦਾ ਸੋਦਰ ਰਹਿਰਾਜ ਸਾਹਿਬ ਦਾ ਨੇਮ ਹੈ। ਇਸ ਬਾਣੀ ਦੀ ਵਿਚਾਰ ਪਿਛਲੇ ਦਿਨਾਂ 'ਚ ਅਸੀਂ ਆਰੰਭ ਕੀਤੀ ਸੀ। ਆਪ ਲਗਾਤਾਰ ਸਰਵਣ ਕਰ ਰਹੇ ਸੋ ਆਓ ਫਿਰ ਇਹ ਲੜੀ ਆਰੰਭ ਕਰੀਏ। ਇਸ ਬਾਣੀ ਦੀ ਵਿਚਾਰ ਦੀ ਲੜੀ ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਢਾ ਸਾਈਂ। ਇਹ ਅਸੀਂ 4 ਦਿਨ 5 ਦਿਨ ਪਹਿਲਾਂ ਵਿਚਾਰ ਕੀਤੀ ਸੀ। ਆਓ ਜੀ ਹੁਣ ਆਪ ਸੰਗਤਾਂ ਦੇ ਨਾਲ ਤਕਰੀਬਨ 5-6 ਦਿਨਾਂ ਬਾਅਦ ਆਪ ਸੰਗਤਾਂ ਦੇ ਸਨਮੁਖ ਸੇਵਾ ਕਰਨ ਦਾ ਸੁਭਾਗ ਮਿਲਿਆ। ਇਸ ਬਾਣੀ ਦੀ ਵਿਚਾਰ ਨੂੰ ਅਸੀਂ ਅਗਾਂਹ ਤੋਰੀਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ। ਇਹਦੀ ਵਿਚਾਰ ਆਰੰਭਣ ਤੋਂ ਪਹਿਲਾਂ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪਦੇ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ ਕਰਨ ਵਾਲਾ ਉਹ ਸੱਚਾ ਸਾਈਂ ਹੈ, ਉਹ ਮੈਢਾ ਹੈ, ਮੇਰਾ ਹੈ, ਅਤੇ ਜੋ ਕੁਛ ਉਹਨੂੰ ਭਾਉਂਦਾ ਹੈ ਉਹ ਕੁਛ ਵਰਤਣਾ ਹੈ, ਉਸ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਇਹ ਵੀ ਪੜ੍ਹਿਆ ਸੀ, ਤੁਝ ਬਿਨ ਦੂਜਾ ਕੋਈ ਨਾ ਹੈ। ਅਤੇ ਜੀਵ ਜੰਤ ਸਾਰੇ ਵੀ ਇਸ ਧਰਤੀ 'ਤੇ ਜਿਹੜੇ ਬਣਾਏ ਨੇ ਉਹ ਸਭ ਤੇਰਾ ਹੀ ਖੇਲ ਨੇ, ਅਤੇ ਸੰਜੋਗ ਅਤੇ ਵਿਜੋਗ ਬਣਾਉਣ ਵਾਲੇ ਵੀ ਵਾਹਿਗੁਰੂ ਜੀ ਤੁਸੀਂ ਹੋ। ਵਿਜੋਗ ਵਿੱਚ ਮਨਮੁਖਾਂ ਨੂੰ ਪਾਤਾ ਅਤੇ ਗੁਰਮੁਖਾਂ ਨੂੰ ਤੁਸੀਂ ਸੰਜੋਗੀ ਮੇਲ ਬਖਸ਼ ਦਿੱਤਾ ਆਪਣੇ ਨਾਲ। ਅਤੇ ਜਿਹਨੂੰ ਤੁਸੀਂ ਬਖਸ਼ਿੰਦ ਹੁੰਦੇ ਹੋ, ਜਾਣਾ ਹੀ ਦਾ ਮਤਲਬ ਹੈ ਜਿਹਦੇ ਉੱਤੇ ਤੁਹਾਡਾ ਤਰਸ ਹੁੰਦਾ ਹੈ, ਰਹਿਮਤ ਹੁੰਦੀ ਹੈ, ਨਜ਼ਰ ਇਨਾਇਤ ਹੁੰਦੀ ਹੈ, ਉਹਨੂੰ ਹੀ ਤੁਸੀਂ ਆਪਣੇ ਨਾਲ ਜੋੜਦੇ ਹੋ। ਔਰ ਉਹੀ ਤੁਹਾਡੇ ਸਦ ਗੁਣ ਸਦਾ ਹੀ ਗੁਣ ਗਾਉਂਦਾ ਹੈ, ਔਰ ਸਹਿਜ ਰੂਪ ਦੇ ਵਿੱਚ ਆਪਣੇ ਹਿਰਦੇ 'ਚ ਨਾਮ ਵਸਾਉਂਦਾ ਹੈ। ਸਹਿਜ ਅਵਸਥਾ ਦਾ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਇਹ ਕਦ ਹੋਏਗੀ, ਕਦ ਤੱਕ, ਕਿੰਨੇ ਸਾਲਾਂ 'ਚ। ਇਹ ਗੁਰੂ ਬਖਸ਼ਿਸ਼ ਕਰਨ 'ਤੇ ਇਹ ਬਖਸ਼ਿਸ਼ ਇੱਕ ਖਿੰਨ ਵਿੱਚ ਵੀ ਹੋ ਸਕਦੀ ਹੈ। ਜੇ ਨਾ ਹੋਏ ਤਾਂ ਫਿਰ ਬੰਦਾ ਕਈ ਜਨਮਾਂ ਤੱਕ ਇਹਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਪਰ ਇਸ ਧਰਮ ਇਸ ਜਨਮ ਵਿੱਚ ਕੀ ਮਿਲਿਆ? ਤੇਰਾ ਦੁਆਰਾ
ਧੁਨ ਸਹਿਜ ਕੀ, ਆ ਜਿਹੜੀ ਸਹਿਜ ਧੁਨ ਭਾਵ ਸਹਿਜ ਰੂਪ ਦੇ ਵਿੱਚ ਤੁਹਾਨੂੰ ਸੁਣਨਾ ਅੰਦਰ, ਭਾਵੇਂ ਉਹ ਅਨਹਦ ਸ਼ਬਦਾਂ ਰਾਹੀਂ ਹੈ ਤੇ ਭਾਵੇਂ ਸੁਰਤੀ ਦੇ ਵਿੱਚ ਸ਼ਬਦ ਦਾ ਸਹਿਜ ਰੂਪ ਦੇ ਵਿੱਚ ਹੀ ਚਲੀ ਜਾਣਾ, ਇੱਕ ਤਾਰ ਚਲੀ ਜਾਣਾ, ਇਹ ਅਵਸਥਾ ਜੀਵਨ ਨੂੰ ਸਹਿਜ ਵਿੱਚ ਲੈ ਕੇ ਆਉਂਦੀ ਹੈ। ਜਿਸ ਅਵਸਥਾ ਦੇ ਵਿੱਚ ਦੁੱਖ ਸੁੱਖ ਸਮ ਹੋ ਜਾਂਦੇ ਹੈ, ਕੰਚਨ ਮਾਟੀ ਹੋ ਜਾਂਦੇ ਨੇ, ਜਿਸ ਅਵਸਥਾ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਭਾਣੇ ਨੂੰ ਸਿਰ ਝੁਕਾ ਕੇ ਕਬੂਲ ਕਰਨ ਦੀ ਦਾਤ ਤਾਕਤ ਮਿਲ ਜਾਂਦੀ ਹੈ, ਤੇ ਜਿਸ ਅਵਸਥਾ ਵਿੱਚ ਮੌਤ ਦਾ ਡਰ ਨਹੀਂ ਰਹਿੰਦਾ, ਮੌਤ ਵੀ ਅੰਮ੍ਰਿਤ ਹੋ ਜਾਂਦੀ ਹੈ। ਤੂੰ ਕਰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਸੀਂ ਆਪ ਹੀ ਸਭ ਕੁਝ ਕਰਦੇ ਹੋ ਔਰ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਤੂੰ ਕਰ ਕਰ ਵੇਖਿਆ ਜਾਣਾ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ ਦਾ ਅਰਥ ਇਹ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਏਗੀ, ਭਾਵ ਗੁਰੂ ਦੇ ਸਨਮੁਖ ਜਿਹਨੂੰ ਬਹਿਣਾ ਆਏਗਾ, ਤੇ ਗੁਰੂ ਕੋਈ ਦੇ ਨਹੀਂ ਹੈ। ਗੁਰੂ ਕੀ ਹੈ? ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਗੁਰੂ ਨਾਨਕ ਸਾਹਿਬ ਵੀ ਇਸ ਧਰਤੀ ਤੇ ਦੇ ਰੂਪ ਬਣਾ ਕੇ ਆਏ, ਪਰ ਉਹਨਾਂ ਨੇ ਸੱਟ ਤੇ ਸ਼ਬਦ ਦੀ ਮਾਰੀ ਨਾ, ਉਹਨਾਂ ਨੇ ਖੇਡ ਤੇ ਸ਼ਬਦ ਦੀ ਵਰਤਾਈ, ਦੇ ਅਭਿਮਾਨ ਤੇ ਨਹੀਂ ਰੱਖਿਆ। ਇਸੀ ਕਰਕੇ ਮਹਾਰਾਜ ਜੀ ਕਹਿੰਦੇ ਆ ਕਿ ਖੇਡ ਸ਼ਬਦ ਦੀ ਵਰਤਣੀ ਹੈ। ਜਨ ਨਾਨਕ ਗੁਰਮੁਖ ਭਾਵ ਕਿ ਜਿਹੜਾ ਗੁਰੂ ਦੇ ਸਨਮੁਖ ਹੋਏਗਾ, ਗੁਰੂ ਵੱਲ ਮੂੰਹ ਕਰੇਗਾ, ਪ੍ਰਗਟ ਹੋਏ, ਉਹਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਕਮਲ ਰੂਪੀ ਫੁੱਲ ਗਿਆਨ ਪ੍ਰਗਟ ਹੋਏਗਾ। ਉਹਦੇ ਅੰਦਰ ਦੇ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ ਨਾ ਕਿ ਜਿਹਦੇ ਉੱਤੇ ਕਿਰਪਾ ਹੋਏਗੀ, ਪ੍ਰਭ ਸੁਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਇਹ ਵਾਲੀ ਅਵਸਥਾ ਉਹਦੇ ਅੰਦਰ ਪ੍ਰਗਟ ਹੋਏਗੀ। ਤੇ ਜਿਹਦੇ ਅੰਦਰ ਪ੍ਰਗਟ ਹੁੰਦੀ ਹੈ ਅਵਸਥਾ, ਹੁਣ ਉਹਦੇ ਅੰਦਰ ਕੈਸੀ ਜਾਗਰਤੀ ਪੈਦਾ ਹੁੰਦੀ ਹੈ, ਉਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਦੇ ਵਿੱਚੋਂ ਅਸੀਂ ਵਿਚਾਰੀਏ। ਆਸਾ ਮਹੱਲਾ ਪਹਿਲਾ। ਤਿਤ, ਇਹ ਲਫ਼ਜ਼ ਤਿਤ ਤਿਸ ਤੋਂ ਬਣਿਆ, ਤਿਸ ਸਰੋਵਰ ਦੇ ਵਿੱਚ, ਭਾਵ ਤਿਤ ਤਿਸ ਤੋਂ ਤਿਤ ਬਣਾ ਦਿੱਤਾ ਗਿਆ। ਇਹਨੂੰ ਅਪਰੰਸ਼ ਰੂਪ ਵੀ ਕਹਿੰਦੇ ਆ। ਇਹਨੂੰ ਕਿਹਾ ਉਹ ਸਰੋਵਰ ਜਿਸ ਸਰੋਵਰ ਨੂੰ ਅਸੀਂ ਇਹ ਕਹੀਏ ਕਿ ਪਾਣੀ ਦਾ ਭਰਿਆ ਨਹੀਂ। ਤਿਤ ਸਰਵਰੜੈ ਪਹਿਲੇ ਨਿਵਾਸਾ। ਨਿਵਾਸਾ ਦਾ ਮਤਲਬ ਹੈ ਕਿ ਉਸ ਵਾਹਿਗੁਰੂ ਨੇ ਜਿੱਥੇ ਅਸੀਂ ਨਿਵਾਸ ਕਰ ਰਹੇ ਹਾਂ ਨਾ, ਜਿੱਥੇ ਸਾਨੂੰ ਨਿਵਾਸ ਬਖਸ਼ਿਆ ਇਸ ਧਰਤੀ ਤੇ, ਉਸ ਨੂੰ ਭਵ ਸਾਗਰ ਆਖਿਆ, ਉਹਨੂੰ ਦੁੱਖਾਂ ਸੁੱਖਾਂ ਗਫਲਤਾਂ ਦਾ ਸਰੋਵਰ ਆਖਿਆ, ਤੇ ਜਿਹਨੂੰ ਤਰ ਕੇ ਅਸੀਂ ਪਾਰ ਹੋਣਾ। ਤਿਤ ਸਰਵਰੜੈ, ਸਰਵਰੜੈ ਦਾ ਲਫ਼ਜ਼ ਸਰੋਵਰ ਤੋਂ ਬਣਿਆ, ਸਰਵਰ ਤੋਂ। ਸਰਵਰ ਲਫ਼ਜ਼ ਬਾਣੀ 'ਚ ਬੜੀ ਵਾਰੀ ਆਇਆ। ਸਰਵਰ ਪੰਖੀ ਹੇਖੜੋ ਫਾਹੀ ਵਾਲ 50, ਇਹ ਵੀ ਸਰਵਰ ਆਇਆ। ਔਰ ਬਹੁਤ ਸਾਰੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮ, ਇਹ ਉਹੀ ਰੂਪ ਹੈ। ਪਰ ਸਰਵਰ ਇਹਨੂੰ ਕਿਹਾ ਸਰਵਰੜੈ। ਬੜਾ ਮਹਾਰਾਜ ਜੀ ਨੇ ਪ੍ਰੇਮ ਵਿੱਚ ਇਹ ਲਫ਼ਜ਼ ਉਚਾਰਿਆ ਕਿ ਇਹ ਜੀਵਨ ਇੱਕ ਭਵ ਸਾਗਰ ਹੈ, ਸਾਗਰ ਹੈ, ਤੇ ਸਮੁੰਦਰ ਕਦੀ ਵੀ ਲਹਿਰਾਂ ਤੋਂ ਬਿਨਾਂ ਨਹੀਂ ਹੁੰਦਾ। ਸਮਝੋ ਇਸ ਗੱਲ ਨੂੰ। ਸਮੁੰਦਰ ਆਪਣੀ ਤਾਕਤ ਦਾ ਬਿਲਕੁਲ, ਜਿਹਨੂੰ ਕਹੀਏ ਨਾ 0% ਆਪਣੀ ਲਹਿਰਾਂ ਤੋਂ ਦਿਖਾਉਂਦਾ, ਬਾਕੀ ਸਮੁੰਦਰ ਦੀ ਤਾਕਤ ਜਾਣੀ ਨਹੀਂ ਜਾ ਸਕਦੀ। ਤੇ ਉਹ ਸਮੁੰਦਰ ਹੀ ਕੀ ਜਿਹਦੀ ਸਮੁੰਦਰ ਦੀਆਂ ਲਹਿਰਾਂ ਨਾ ਹੋਣ। ਸਮੁੰਦਰ ਲਹਿਰਾਂ ਦਾ ਭਰਿਆ ਹੁੰਦਾ ਹੈ। ਤੇ ਉਹ ਜੀਵਨ ਹੀ ਕੀ ਜਿਸ ਜੀਵਨ 'ਚ ਦੁੱਖ ਸੁੱਖ ਹੀ ਨਾ ਹੋਣ, ਉਹ ਜੀਵਨ ਹੋ ਹੀ ਨਹੀਂ ਸਕਦਾ। ਮਸ਼ੱਕਤ ਵਾਲਾ ਜੀਵਨ ਹੀ ਜੀਵਨ ਹੈ। ਜਿਸ ਜੀਵਨ ਵਿੱਚ ਮਸ਼ੱਕਤ ਹੈ, ਘਾਲਣਾ ਹੈ, ਜਿਸ ਜੀਵਨ 'ਚ ਵਿਕਾਰਾਂ ਦਾ ਹੀ ਜ਼ੋਰ ਨਾ ਪਿਆ ਹੋਏ, ਤੇ ਉਹ ਜੀਵਨ ਕਿਸ ਤਰ੍ਹਾਂ ਰੱਬ ਦੇ ਦਰ 'ਤੇ ਤੁਰੇਗਾ। ਗੱਲ ਤਾਂ ਇਹ ਹੈ ਨਾ, ਅਸੀਂ ਮੇਰੇ ਵਰਗਾ ਕਹੇ ਨਹੀਂ ਜੀ ਮੈਂ ਵਿਕਾਰ ਨਹੀਂ ਭੋਗਦਾ, ਜਾਂ ਕਈ ਬੰਦੇ ਇਹ ਕਹਿੰਦੇ ਆ ਜੀ ਮੈਂ ਵਿਕਾਰਾਂ ਵੱਲ ਨਹੀਂ ਜਾਂਦਾ। ਪਰ ਉਸ ਬੰਦੇ ਨੂੰ ਜਾਂ ਕੋਈ ਪੁੱਛੇ ਕਿ ਤੂੰ ਰੱਬ ਦਾ ਸ਼ੁਕਰ ਕਰ ਤੇਰੇ ਲਾਗੇ ਵਿਕਾਰ ਨਹੀਂ ਆਏ, ਤੂੰ ਦਾਵਾ ਨਹੀਂ ਕਰ ਸਕਦਾ ਤੇ ਤੂੰ ਵਿਕਾਰ ਨਹੀਂ ਭੋਗਦਾ। ਜਿਸ ਦਿਨ ਵਿਕਾਰ ਆਉਣਗੇ ਉਹ ਦਿਨ ਤੇਰੇ ਪੈਰ ਨਹੀਂ ਰੁਕਣਗੇ, ਤਿਲਕੇ ਜਾਣਗੇ। ਇਹ ਵੀ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਦਇਆ ਹੈ ਕਿ ਸਾਨੂੰ ਵਿਕਾਰਾਂ ਤੋਂ ਵੀ ਉਹਨੇ ਰੋਕਿਆ। ਇਹ ਸਰੋਵਰ ਹੈ ਤਿਤ ਸਰਵਰੜੈ ਪਹਿਲੇ ਨਿਵਾਸਾ, ਜਿਹਦੇ ਵਿੱਚ ਅਸੀਂ ਨਿਵਾਸ ਕਰ ਰਹੇ ਹਾਂ। ਇਹਦੇ ਵਿੱਚ ਦੁੱਖ ਸੁੱਖ ਦੀਆਂ ਲਹਿਰਾਂ ਹੈਗੀਆਂ। ਪਾਣੀ ਪਾਵਕ ਤਿਨ ਹੈ ਕੀਆ, ਪਰ ਇਹ ਪਾਣੀ ਦਾ ਨਹੀਂ ਹੈ। ਇਹਦੇ ਅੰਦਰ ਜਿਹੜਾ ਪਾਣੀ ਹੈ ਉਹ ਅੱਗ ਵਾਲਾ ਹੈ। ਅੱਗ, ਪਾਵਕ ਦਾ ਮਤਲਬ ਅੱਗ। ਉਸ ਵਾਹਿਗੁਰੂ ਤਿਨ ਹੈ ਕੀਆ, ਜਿਸ ਨੇ ਸਰੋਵਰ ਬਣਾਇਆ, ਉਹਨੇ ਇਸ ਸਰੋਵਰ ਨੂੰ ਪਾਣੀ ਦਾ ਨਹੀਂ ਬਣਾਇਆ, ਅੱਗ ਦਾ ਬਣਾਇਆ। ਤੇ ਕਿਹੜੀ ਅੱਗ ਹੈ? ਕਈ ਤਰ੍ਹਾਂ ਦੀ ਅੱਗਾਂ ਦਾ ਜ਼ਿਕਰ ਬਾਣੀ 'ਚ ਹੈ।
चार अग ते सीधा ही किया। हंस हेत लोभ कोप चारे नदियां अग, पवह दजै नानका तरियै करमी लग। महाराज जी ने हंस हिंसा, लोभ लालच, उस तो बाद मोह ते फिर कोप, कोप ते मोह, कोप कहते क्रोध ते फिर हंस हेत लोभ मोह चारे नदियां अग। हेत नूं क्या मोह नूं, हेत का मतलब है मोह, जिन्हों असीं प्रेम कहते। महाराज कहते इस धरती ते ये चार अगां दा सरोवर भाव लहरां ने। किसी नूं हिंसा की लहर लै बैठती है, किसी नूं लोभ लहर अत नीजर बाजै काया डूबै केसवा। संसार समुंदे तार गोबिंदे तारले बाप बीठला। जां असी एक शब्द भी पढ़ते हाँ, दखणे महला पंजवां दे विच बचन है कि है बार विडानड़े हुमस धुमस कूकां पईयां राही तौ शै लगड़ी, तौ शै सेती लगड़ी डोरी नानक आनंद सेती बन गाही। कि इस सरोवर दे विचों मैं तां तर सकदा जे तेरा पल्ला मैनू मिले, जे तू अपना पल्ला फड़ाए। तित सरवरड़ै तिस सरोवर दे विच पहले निवासा, जिहदे विच सारियां दा निवास असी रह रहे हैं। ये जीवन है, संसार है, ये धरती है। पानी पावक तिन है किया, उहदे विच अग है, अग रूपी पानी है। पंकज जु मोह पग नहीं चालै। पंकज का मतलब, पंक का मतलब है चिक्कड़। जू मोह, वैसे ये लफ्ज़ ये अर्थ इवें होणगे, पढ़ना उवें आ जिवें असी पढ़ते हैं। पंकज मोह पग नहीं चालै। पंक लफ्ज़ चिक्कड़ नूं आख्या, किचड़ जिन्हों असी कहने। वैसे पंकज है कमल का फुल, उन्होंने भी पंकज आख्या जाता है। कमल का फुल कित्थे खिड़दा है? चिक्कड़ दे विच। उस चिक्कड़ दे विच जिहड़ा मोह दा चिक्कड़ है, पंकज मोह पग नहीं चालै। साडे पैर नहीं तुरदे चिक्कड़ दे विच, असी धसदे जा रहे हैं। हम देखा तह डूबी अले। सारी इस चिक्कड़ विच दलदल च जिन्हें पैर पाया वो डुब गया, उन्होंने दलदल निगल जाता है। मोह विच जिन्हें पाया, लोभ विच जिन्हें पाया, क्रोध विच जिन्हें पाया। महाराज कहते इस करके असी इस तो निर्लेप होना है। जे नहीं निर्लेप होवांगे फिर डुबदे जावांगे। सारे ही डुबदे जा रहे हैं। हम देखा, असी देख रहे हैं कि दुनिया दे विच सारियां नूं विकार खाई जा रहे हैं, सारियां नूं दुख सुख खाई जा रहे हैं। सब ही इत्थे जो भी देखिए, जो जो दिसै सो सो रोगी सानू दिखदा है। किस पै खोड़ू गंठड़ी दुखी भरे आया दा सच इत्थे सानू दिसदा है। हम देखा तह डूबी अले। असी देख रहे हैं दुनिया डुब रही है, तां भी असी सरंग जाम लाग भवजल तरन कह। असी तां भी तरन दा जतन नहीं करते कि असी किवें बचीए। ਉਹਦਾ जतन करिए जी। जे जतन नहीं करांगे तो फिर महाराज रहाओ दी तुकां विच समझाउंदे ने, सरवण करो जी। मन एक न चेतस मूढ़ मना, हर बिसरत तेरे गुण गलिया रहाओ। मन विश्राम लाके, मन एक न चेतस मूढ़ मना। धन गुरु नानक साहब कहते मूर्ख है जे एक वाहिगुरु नूं तू चेते नहीं किया। जिथे दूजा आ गया ना, एक तो वाहिगुरु है, एक साडा नहीं जी मैं हाँ। जिथे ये दूसरी चीज़ आ गई उत्थे दुख ही दुख है। जिथे बंदा कहता ना मैं करदा, मैं करांगा, मैं कर रहा, उत्थे महाराज कहते दुख है। जिथे आ गया वो कर रहा, वो कराउण वाला है, तो मेरे विच बैठ के भी वो चंगा कराए। मैं अरदास करदा कि सतगुरु जी मैनू चंगा उदम बख्शिओ। उदम करो करावो ठाकुर पेखत साधु संग। जिहड़ा उदम तुसी कराउणा मेरे कोलों, वो उदम भी तुसी चंगा करायो, उस प्रभु की बंदगी इबादत वाला करायो। मेरे मन एक नूं तू चेते नहीं करदा, तू दूजे नूं चेते करदा है। सब नूं कंचन नारी में जियो लुबत है, मोह मीठा माया घर मंदिर घोड़े खुशी मन अनरस लाया। हर प्रभ चेतना आवई क्यों छूटा, मेरे हर राया मेरे राम ये नीच कर्म हर मेरे। गुणवंता हर हर दयाल कर कृपा, बख्श अवगुण प्रभ मेरे। मैनू बख्श सच्चे पातशाह, बख्श अवगुण सब मेरे। मेरे अवगुणा नू बख्शो, नहीं तो मेरा मन सदा ही दूसरे पासे तुरया होया कि सुत कंचन स्यों हेत वधाया, सब किछ अपना एक राम पराया। मन एक ना चेतस मूढ़ मना। वो मन ही मूर्ख है जिहड़ा वाहिगुरु नू चेते नहीं करता। हर बिसरत तेरे गुण गलिया। वाहिगुरु दे सिमरन नू विसिमरन जिथे हो जाएगा, जिथे वाहिगुरु का सिमरन खत्म हो गया,
ਉਥੇ ਵਾਹਿਗੁਰੂ ਦੇ ਦਿੱਤੇ ਹੋਏ ਸਹਿਜ ਦੇ ਗੁਣ, ਸੰਤੋਖ ਦੇ ਗੁਣ, ਨਿਮਰਤਾ ਦਾ ਗੁਣ, ਮਿੱਠ ਬੋਲਣ ਵਾਲਾ ਗੁਣ, ਦੂਸਰਿਆਂ ਦੀ ਮਦਦ ਕਰਨ ਵਾਲਾ ਗੁਣ, ਵੰਡ ਕੇ ਛਕਣ ਵਾਲਾ ਗੁਣ, ਬੰਦਗੀ ਇਬਾਦਤ ਵਾਲਾ ਗੁਣ, ਦੂਸਰਿਆਂ ਦੀ ਸੱਚੀ ਮੁੱਚੀ ਹੋਂਦ ਨੂੰ ਕਬੂਲ ਕਰਨ ਵਾਲਾ, ਕਿੰਨੇ ਸਾਰੇ ਗੁਣ, ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਕਿੰਨੇ ਕੁ ਗੁਣ ਹੈ। ਢੂਡੇ ਦੀਏ ਸੁਹਾਗ ਕੋ ਤੋਤਨ ਕਾਈ ਕੋਰ, ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਕਿੱਡਾ ਵੱਡਾ ਗੁਣ ਹੈ। ਨਾਨਕ ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਏ। ਇਹ ਸਾਰੇ ਗੁਣ ਵਿਸਰਨੇ ਸ਼ੁਰੂ ਹੋ ਜਾਣਗੇ, ਗਲਣੇ ਸ਼ੁਰੂ ਹੋ ਜਾਣਗੇ ਜਦ ਵਾਹਿਗੁਰੂ ਦਾ ਸਿਮਰਨ ਬਸਿਮਰਨ ਭਾਵ ਚੇਤੇ ਤੋਂ ਬਿਨਾ ਸਾਡਾ ਜੀਵਨ ਹੋਏਗਾ। ਰਹਾਓ ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਕਿਉਂ ਨਾ ਭੁੱਲਾਂ। ਤੁਸੀਂ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਤੁਸੀਂ ਜਿਹਦੀ ਆ ਸਰੀਰ ਦੀ ਰਚਨਾ ਕੀਤੀ, ਸੰਸਾਰ ਦੀ ਰਚਨਾ ਕੀਤੀ, ਇੱਥੇ ਤੇ ਹਉਮੈ ਤੁਸੀਂ ਵਿੱਚ ਪਾਤੀ। ਹਾਂ ਮੈਂ ਮੇਰੇ ਵਿੱਚ ਹੀ ਆ। ਹਉਮੈ ਦੀਰਘ ਰੋਗ ਹੈ। ਕਿੱਡਾ ਭਿਆਨਕ ਰੋਗ ਤੁਸੀਂ ਲਾ ਦਿੱਤਾ। ਇਹ ਮੂੰਹ ਲਾ ਦਿੱਤਾ ਤੁਸੀਂ। ਇਹ ਪੁੱਤਰ ਕਲਤਰ ਮਾਇਆ ਕਾ ਧੋ, ਇਹ ਤੁਸੀਂ ਲਾ ਦਿੱਤਾ ਪੁੱਤਰ ਕਲਤਰ ਦੇ ਵਿੱਚ। ਇਹ ਸੰਸਾਰ ਦੇ ਵਿੱਚ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਇਹ ਪ੍ਰੀਤ ਵੀ ਤੁਸੀਂ ਪਾ ਦਿੱਤੀ। ਮੈਂ ਕੀ ਕਰਾਂ। ਮੇਰੇ ਵਿੱਚੋਂ ਇਹ ਦੂਸਰੀ ਚੀਜ਼ ਜਿਹੜੀ ਮੈਂ ਵਾਲੀ ਹੈ, ਮੈਂ ਨੂੰ ਵਿਸਰ ਕੇ ਤੂੰ ਕਿਵੇਂ ਆਏ। ਮਹਾਰਾਜ ਕਹਿੰਦੇ ਜਿਨ੍ਹਾਂ ਚੀਜ਼ਾਂ ਨੂੰ ਤੂੰ ਕਹਿੰਦਾ ਨਾ ਮੈਂ ਕਰ ਰਿਹਾ, ਮੈਂ ਕਰਾਂਗਾ, ਮੇਰੇ ਰਾਹੀਂ ਹੋਏਗਾ, ਇਹਨੂੰ ਸਭ ਨੂੰ ਵਿਸਰ ਜਾ। ਕਿਉਂਕਿ ਜਿੱਥੇ ਮੈਂ, ਜਿਹਨੂੰ ਕਬੀਰ ਸਾਹਿਬ ਕਿਹਾ ਨਾ ਕਿ ਕਬੀਰ ਹਮ ਕੀਆ ਹਮ ਕਰਾਂਗੇ, ਕਿਉਂ ਹਮ ਮੂਰਖ ਗਾਵਾਰ। ਮੂਰਖ ਗਵਾਰ ਕੀ ਹੈ ਕਿ ਇਹ ਮੂਰਖਤਾ ਹੀ ਹੈ। ਮੂੰਹ ਰੱਖ ਕੇ ਗੱਲ ਕਰਨੀ, ਮੈਂ ਹੀ ਕਰਨਾ ਨਹੀਂ। ਮਹਾਰਾਜ ਕਹਿੰਦੇ ਇਹ ਚੀਜ਼ਾਂ ਬਿਸਿਮਰਨ ਸਿਮਰਨ ਵਿੱਚ ਕਿਵੇਂ ਪੈਦਾ ਹੋਏਗਾ। ਇਹ ਦੋ ਤੁਕਾਂ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤੀਆਂ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ। ਨਾ ਹੋਂ ਜਤੀ ਸਤੀ ਨਹੀਂ ਪੜਿਆ। ਨਾ ਮੈਂ ਜਤੀ ਹਾਂ ਕਿ ਮੈਂ ਕਹਾਂ ਵਿਕਾਰਾਂ ਤੋਂ ਮੈਂ ਬਚਿਆ ਹੋਇਆ। ਮਹਾਰਾਜ ਕਹਿੰਦੇ ਜਤ ਕਿਸੇ ਦੇ ਅੰਦਰ ਸਦਾ ਨਹੀਂ ਰਹਿ ਸਕਦਾ ਜੇ ਵਾਹਿਗੁਰੂ ਨਾ ਚਾਹੇ। ਜਿਸ ਦਿਨ ਉਹਨੇ ਡੋਰੀ ਛੱਡ ਦਿੱਤੀ ਨਾ, ਮਹਾ ਜਤੀ ਬੰਦੇ ਵੀ ਵਿਗੜਦੇ ਵੇਖੇ ਆ। ਇੱਥੇ ਕਬੀਰ ਸਾਹਿਬ ਨੇ ਕਿਹਾ ਨਾ ਕਿ ਧਨ ਸੁਹਾਗਨ ਮਹਾ ਪਵੀਤ, ਤਪੇ ਤਪੀਸਰ ਡੋਲੇ ਚੀਤ। ਜਿਹੜੇ ਆਪਣੇ ਆਪ ਨੂੰ ਵੱਡੇ ਤਪੀਸਰ ਵੀ ਕਹਾਉਂਦੇ ਸੀ, ਉਹਨਾਂ ਦੇ ਚਿੱਤ ਨੂੰ ਵੀ ਤੂੰ ਡਲਾਉਣ ਵਾਲੀ ਹੈ। ਪਰ ਉਹਦੀ ਤਾਕਤ ਵਾਹਿਗੁਰੂ ਦੇ ਹੱਥ ਹੈ। ਤੂੰ ਕਹੇ ਮੈਂ ਵਿਕਾਰਾਂ ਤੋਂ ਬਚਿਆ ਹੋਇਆ, ਕਦੀ ਇਹ ਨਾ ਕਹਿ ਕਿ ਮੈਂ ਜਤੀ ਹਾਂ। ਅਗਲਾ ਸਤੀ, ਸਤ ਕਾਇਮ ਕਰਨ ਵਾਲਾ, ਸਤ ਵਿੱਚ ਰੱਖਣ ਵਾਲਾ, ਜੀਵਨ ਵਿੱਚ ਸਦਾ ਹੀ ਸਤ ਹੈ, ਸਤੀ ਹੈ। ਸਤੀ ਦਾ ਮਤਲਬ ਉਹ ਨਹੀਂ ਕਿ ਜਿਹੜੀ ਸੜ ਜਾਂਦੀ ਹੈ ਨਾ। ਸਤੀ ਦਾ ਮਤਲਬ ਸਤ ਦੇ ਵਿੱਚ, ਸੰਤੋਖ ਵਿੱਚ ਰਹਿਣ ਵਾਲਾ। ਸਤੀ ਦੇ ਅੰਦਰ ਸੰਤੋਖ ਵੀ ਲੁਕਿਆ ਹੋਇਆ। ਸਤ ਨਹੀਂ ਪੜਿਆ। ਪੜਿਆ ਦਾ ਮਤਲਬ ਮੈਂ ਕੋਈ ਸਿਆਣਾ ਬੰਦਾ ਨਹੀਂ ਹਾਂ, ਕੋਈ ਮੈਂ ਗੁੜਿਆ ਹੋਇਆ, ਕੋਈ ਮੇਰੇ ਕੋਲ ਬਿਲਕੁਲ ਸਿਆਣਪ ਨਹੀਂ ਹੈ। ਇੱਥੋਂ ਤੱਕ ਆਪਣੇ ਆਪ ਨੂੰ ਮੂਰਖ ਮੁਗਦਾ ਜਨਮ ਪਾਇਆ। ਮੂਰਖ ਵੀ ਹਾਂ, ਮੁਗਧ ਵੀ ਹਾਂ। ਮੁਗਧ ਦਾ ਮਤਲਬ ਮੂੜ, ਮੈਨੂੰ ਸੋਝੀ ਨਹੀਂ ਹੈ ਕਿਵੇਂ ਹੋਏਗਾ। ਹਾਂ ਮੈਨੂੰ ਇਹ ਪਤਾ ਹੈ ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ ਹੈ। पर जिस दिन मैं कहूँगा ना हम किया ना करेंगे ना कर सकें शरीर, क्या जानो किछ हर किया पयो कबीर कबीर। मैं नाही कछ हों नाही किछ आहे ना मोरा, अवसर लज्जा राख ले हो सदना जन तोरा। ना हो जती सती नहीं पढ़िया, मूर्ख मुगदा जन्म भया। प्रणवत नानक तिनकी शरणा जिन तू ना ही विसरिया। पहला कदम है अरदास कर कि मैं मूर्ख हाँ, ना मैं जत ना मैं सत, कुछ भी मेरे अंदर नहीं। बस तुसी कृपा करो, उन्हां दी संगत बख्शो मेरे परवतदिगार वाहिगुरू। प्रणवत नानक दा मतलब है गुरु नानक साहब बेनती करके आखदे ने तिनकी शरणा जिन तू ना ही विसरिया। जे विसरियां दी संगत विच बैठेगा तो अवगुणा तो भर जाएगा। जिन्हां दे अंदर वाहिगुरू जी का सिमरन, जिन्हों वाहिगुरू नहीं विसरदा, उन्हां दी संगत विच बैठांगे तो साडे अंदर गुण भरपूर होणगे, सरशार होणगे। इनू महाराज जी ने कहा कि इस सरोवर दे विचों जे तू तरना चाहुंदा है, जे तू बचना चाहुंदा है,
फिर साध संगत दी इस बेड़ी दे विच आके सवार हो जिथे सतगुरु जी कहते हैं तू गुणा राही अपने जीवन नू तार लेंगा जी। आसा महला पंजवा भई परापत मानुख देहुरिया गोबिंद मिलन की ए तेरी बरिया अवर काज तेरा कितै ना काम मिल साध संगत भज केवल नाम। आसा महला पंजवा ये इस लड़ी का चौथा शब्द है। तुसी देखो सो पुरख दे 4 शब्द ने, सो पुरख सरलेख हेठ एक सो पुरख वाला ਉਹਦੇ ਪਿੱਛੇ 5 ਤੇ 1 ਲਿਖਿਆ ਹੋਇਆ। ਉਸ ਤੋਂ ਬਾਅਦ ਤੁਸੀਂ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ 4 ਤੇ 2 ਲਿਖਿਆ ਹੋਇਆ। ਇਹਦਾ ਮਤਲਬ ਸੋ ਪੁਰਖ ਸਿਰਲੇਖ ਦਾ ਦੂਸਰਾ ਸ਼ਬਦ ਹੈ। ਹੁਣ ਜਿਹੜਾ ਪੜਿਆ ਤਿਤ ਸਰਵਰੜਾ, ਇਹਨੂੰ ਧਿਆਨ ਨਾਲ ਸਰਵਰੜਾ ਪੜਿਓ, ਨਹੀਂ ਤੇ ਅਸੀਂ ਜ਼ਿਆਦਾਤਰ ਸਰਵੜੇ ਐਵੇਂ ਪੜ ਲੈਂਦੇ ਹਾਂ। ਅੜਿਆ ਹੋਇਆ ਲਫ਼ਜ਼ ਮੂੰਹ ਤੋਂ ਨਿਕਲਦਾ ਵੀ ਨਹੀਂ ਸਾਡਾ। ਸਰਵਰੜੇ नहीं, तित सरवरड़ा पूरा मुँह खोल के ही ये लफ्ज़ बोलिया जाएगा। एवं सरवरड़ नहीं हो जाएगा, सड़बड़ एवं बोल। मैनू खिमा बख्शिओ, मैं बहुतियां दे सुनिया, मैं ये नहीं कहता कि ये ठीक है, बिल्कुल ठीक नहीं। जिहड़ा मैं बचन किया मैं उसकी भी माफ़ी मंगदा, पर बिल्कुल मैं कई सिखां संगतां दे मूँह तो ਜਿਹੜੇ ਨਿਜ ਪਾਠ भी करते वो पता नहीं की पढ़ जाते हैं, छाल ही मार के लंघ जाते कि की लिखिया होया। नहीं, सरवरड़ा तित सरवरड़ा पहले निवासा पानी पावक तिन है किया। इनू ध्यान नाल पढ़ियो गुरमुख प्यारिओ। अगे फिर आसा महला पंजवा, ये थले सरलेख चौथा है, तित सरवरड़ा दे थले तीजा है, तो फिर ये चौथा है। ये 4 शब्दों का मजमून है सो पुरख वाला। आसा महला पंजवा फिर मैं दसदा मजमून शुरुआत सो पुरख की हुई है कि उस पुरख की प्राप्ति किवें होए, तो उस पुरख की प्राप्ति के लिए जिहड़ा जतन करना है वो जतन महाराज जी ने दसिया है कि पहला तू सो पुरख नूं पछाण, वो निरंजन है, वो सारियां थावां ते वसदा है, उन्होंने तू बसाएगा हिरदे विच उहदे गुण पैदा होणगे। जब तेरे अंदर गुण पैदा होणगे फिर तू उन्होंने बुला, तू मेरा है, तू करता सचियार मैडा साईं। जब तू उन्होंने आवाज़ मारेगा फिर ये समझेगा जिहड़े उन्होंने आवाज़ नहीं मारते वो डुबदे जा रहे हैं, उन्हां दी संगत नूं छड्ड ते जिहड़े उन्होंने आवाज़ मारते हैं उन्हां दी संगत विच आके बैठ। तो फिर इस संगत विच आके बैठण दा कारण की है, मैं क्यों बैठा, उहदा महाराज जी ने उत्तर दिता है। आसा महला पंजवा भई प्रापत मानुख देहुरिया, ये मनुखा देही तैनूं मिली है, तो मनुखा देही दे नाल जे तू कुछ सवारिया ही नहीं, नरू मरै नर कामना आवे पशु मरै दसकार सवारै, कि मूर्ख सच ना जाने मनमुखी जन्म गवाया विच दुनिया काहे आया, विच दुनिया काहे आया। मारे कहते जे जाने ही नहीं अपने जीवन के सच नूं कि मैं आया क्यों है, फिर महाराज कहते तेरे अंदरों पशु ही नहीं मरिया, तेरे अंदर दी पशुताई विकारी बिरती नहीं मरी, जिन्हों तू जिस बिरती विच तू अपने अंदरों हवस ही प्रगट कर रहा, जिस बिरती दे वश हो के तू कदी मनमुखताई वाले मार्ग ते नहीं तुरिया। इनू ही कबीर साहब जी का असी भगतां दी बाणी का भी बचन पढ़ते हैं, गुर सेवा ते भगत कमाई तब यह मानख देही भाई, इस देही को सिमरह देव सो देही भज हर की सेव। इस देही नू रब दे गुणा लई भी ला, इस देही दे अंदरों रब पैदा होना है, इस देही अंदर लब रुकिया पिया। भई प्राप्त मानुख देहुरिया, गुरु अर्जुन साहब जी का एक शब्द है, मानस जन्म दुलंब गुरमुख पाया, मन तन होए चुलंब जे सतगुर पाया, चले जन्म सवार वखर सच लै, पत पाए दरबार सतगुर शब्द पै, मूर्ख मन समझाए मन एक ना चेतस मूढ़ मना, मूर्ख मन समझाए आखूं केतड़ा, गुरमुख हर गुण गाए रंग रगे तड़ा। इनू ही गुरु रामदास मेरा ही हीरा रतन राम हर बसिया, गुर हाथ धरियो मेरा माथा, जन्म जन्म के किल बिख दुख उतरे गुर नाम दियो ऋण था। मेरे मन जप राम नाम सब अर्था, गुरपुर हर नाम दृढ़ाया बिन नावै जीवन व्यर्था। मनमुख मूड पए हैं, ये महाराज जी ने क्या कि असी मनमुख वाले रस्ते ते तुरे हैं, मूर्ख वाले रस्ते ते हैं, असी इस पासे तुर पे हैं। इस करके तिन मोह माया नित फाथा, तिन साधु चरण ना सेवे कब हूँ, तिन सब जन्म अकाथा, जिन साधु चरण साध पग सेवे,
ਇਹਨੂੰ ਹੀ ਮਾਰੇ ਕਹਿਣਾ ਕਿ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਭ ਜਨਮ ਸਨਾਥਾ। ਉਹਨਾਂ ਦੀ ਸੰਗਤ ਵਿੱਚ ਜਾ ਹਮ ਅੰਧਲੇ ਅੰਧ ਵਿਖੈ ਵਿਖਰਾਤੇ ਕਿਉਂ ਚਾਲੈ ਗੁਰ ਚਾਲੈ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਇਹ ਦੇਹੀ ਮਿਲੀ ਹੈ, ਇਹਨੂੰ ਪ੍ਰਾਪਤ ਕੀਤਾ ਤੂੰ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਰੀ ਹੈ। ਇਹ ਵਾਰੀਆਂ ਬੜੀਆਂ ਗਵਾਤੀਆਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, कई जन्म हैवर बृख जोयो, मिल जगदीश मिलन की बरिया। गोबिंद मिलन की यह तेरी बरिया, बहुत जन्म बिछड़े थे माधो, ये जन्म तुम्हारे लेखे। गोबिंद वाहिगुरु नू मिलन की यह तेरी बरिया, अवर काज तेरा कितै ना काम। हुण अवर काज का मतलब फिर सब कुछ छड़ के बह जाइए। सारी दुनिया के जिहड़े सानू दस्तूर दसे गए ने, गृहस्थ का होना, कारज का करना, किरत का करना, फिर छड़ के रब रब करन लग जाइए, नहीं। ਇਹਦਾ मतलब है कि जद असी, क्योंकि अगली तुक जद पढ़ांगे ਤਾਂ ਇਹ ਸਪਸ਼ਟ ਹੋਏਗਾ। ਅਵਰ ਕਾਜ ਦਾ ਮਤਲਬ ਹੋਰ ਕੰਮ, ਤੇ ਹੋਰ ਕੰਮ ਦੇ ਫਿਰ ਭਗਤ ਨਾਮਦੇਵ ਦਾ ਸ਼ਬਦ ਜਿਹੜਾ ਹੈ ਫਿਰ ਉਹ ਤੇ ਕੰਟਰੋਵਰਸੀ ਕ੍ਰੀਏਟ ਕਰੇਗਾ। ਉਹ ਤੇ ਸਾਨੂੰ ਲੱਗੇਗਾ ਇਹ ਤੇ ਪੈਰਾਡੌਕਸੀਕਲ ਇੱਕ ਥਾਟ ਹੈ, ਸਕੂਲ ਆਫ ਥਾਟ ਹੀ ਚੇਂਜ ਹੋ ਗਿਆ ਕਿ ਨਾਮਾ, ਕਿਉਂਕਿ ਆਇਆ ਸੀ ਨਾ ਨਾਮਦੇਵ ਕੋਲ ਜਿਸ ਵੇਲੇ ਭਗਤ ਦੂਸਰਾ ਕਿ ਕਾਹੇ ਛੀਪਲ ਛਾਇਓ ਰਾਮਨਾ ਜਪੇ ਹੋ ਨੀਤ, ਉੱਥੇ ਕਹਿੰਦੇ ਨਾਮਾ ਕਹੈ ਤ੍ਰਿਲੋਚਨਾ ਮੁਕਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਵੀ ਗੁਰੂ ਅਰਜੁਨ ਸਾਹਿਬ ਜੀ ਨੇ ਬਕਾਇਦਾ ਪਾਇਆ ਬਾਣੀ ਦੇ ਵਿੱਚ ਕਿ ਸਮਝ ਆ ਜੇ ਕਿ ਭਾਈ ਇਸ ਗੱਲ ਨੂੰ ਸਮਝਿਓ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ, ਇਹਦੇ ਅਨਵੇਂ ਅਰਥ ਹੋਣਗੇ। ਜਦ ਤੂੰ ਸੰਗਤ ਵਿੱਚ ਬਹਿ ਗਿਆ, ਸੰਗਤ ਵੱਲ ਤੇਰਾ ਮੂੰਹ ਹੋ ਗਿਆ, ਫਿਰ ਉਸ ਵੇਲੇ ਤੇਰੇ ਅਵਰ ਕਾਜ ਨਹੀਂ ਹੋਣਗੇ। ਸੰਗਤ ਵਿੱਚ ਅਵਰ ਕਾਜ ਨਹੀਂ ਹੋਣਗੇ। ਦੁਨੀਆ ਦੇ ਵਿੱਚ ਇਹਦੇ ਕਈ ਅਰਥ ਅਵਰ ਕਾਜ ਇਹ ਵੀ ਕੀਤੇ ਨੇ। ਅਵਰ ਕਾਜ ਹੋਰ ਕੀ ਕਰਨਾ? ਜਦ ਬੰਦਾ ਗ੍ਰਸਤੀ ਹੁੰਦਾ ਨਾ, ਗ੍ਰਸਤੀ, ਤੇ ਉਸ ਗ੍ਰਸਤੀ ਬੰਦੇ ਦੇ ਸਿਰ ਉੱਤੇ ਕਿਰਤ ਦਾ ਬੋਝ ਹੁੰਦਾ ਹੈ ਕਿ ਉਹਨੇ ਪਾਪੀ ਪੇਟ ਦਾ ਸਵਾਲ ਹੈ, ਬੱਚਿਆਂ ਦਾ ਘਰ ਬਾਰ ਪੜ੍ਹਾਈ ਸਭ ਕੁਝ ਕਰਨਾ ਹੈ। ਗ੍ਰਸਤੀ ਬੰਦਾ ਕਿਰਤੀ ਹੋਏਗਾ, ਤੇ ਜਿਹੜਾ ਸਿਰੜੀ ਬੰਦਾ ਕਿਰਤੀ ਹੋਏਗਾ ਨਾ, ਉਹਨੂੰ ਅਵਰ ਕਾਜ ਕਰਨ ਦੀ ਵੇਲ ਹੀ ਨਹੀਂ ਹੋਏਗੀ। ਉਹ ਆਪਣੇ ਕੰਮ ਤੋਂ ਮੁੰਡੀ ਨਹੀਂ ਚੱਕ ਕੇ ਵੇਖ ਸਕੇਗਾ। ਹੁਣ ਭਾਈ ਵੀਰ ਸਿੰਘ ਜਿਹੜਾ ਇਹਦੇ ਅਰਥ ਕਰਦੇ ਨਾ ਅਵਰ ਕਾਜ, ਕਿ ਜਿਹੜਾ ਕਿਰਤੀ ਬੰਦਾ ਹੋਏਗਾ ਉਹਦੇ ਕੋਲ ਦੋ ਹੀ ਕੰਮ ਹੋਣਗੇ, ਜਾਂ ਉਹ ਕਿਰਤ ਕਰੇਗਾ ਤੇ ਜਾਂ ਉਹ ਬੰਦਗੀ ਕਰੇਗਾ। ਸਿੱਖ ਦਾ ਇਹ ਫਰਜ਼ ਹੈ ਕਿ ਜਦ ਉਹ ਕਿਰਤ ਕਰ ਰਿਹਾ ਤੇ ਕਿਰਤ ਤੋਂ ਬਿਨਾਂ ਉਹਦੇ ਕੋਲ ਵਿਕਾਰ ਭੋਗਣ ਦਾ ਸਮਾਂ ਨਹੀਂ ਹੈ, ਤੇ ਜਦ ਉਹ ਬੰਦਗੀ ਕਰ ਰਿਹਾ ਫਿਰ ਬੰਦਗੀ ਦੇ ਵਿੱਚ ਉਹਦੇ ਕੋਲ ਸਿਰਫ ਬੰਦਗੀ ਹੈ। ਇਹਦੇ ਇਹ ਵੀ ਅਰਥ ਸਮਝ ਲਿਓ। ਪਰ ਇਹਦੇ ਅਰਥ ਜਿਹੜੇ ਢੁਕਵੇਂ ਨੇ ਕਿ ਸੰਗਤ ਵਿੱਚ ਬੈਠਿਆਂ ਤੇਰੇ ਅਵਰ ਕਾਜ ਨਾ ਹੋਣ, ਸੰਗਤ ਵਿੱਚ ਬੈਠਿਆਂ ਸਿਰਫ ਤੇਰਾ ਮਨ ਸੰਗਤ ਵੱਲ ਹੋਏ। ਇਹ ਨਾ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਕਾਜ਼ੀ ਜੀ ਪੜ੍ਹਨੀ ਤੇ ਨਮਾਜ਼ ਸੀ, ਬਟ ਬਾਡੀ ਜਿਮਨੈਸਟਿਕਸ ਨਮਾਜ਼ ਨਹੀਂ ਹੁੰਦੀ। ਇਕੱਲੇ ਮੱਥੇ ਟੇਕ ਲੈਣਾ, ਉੱਠ ਜਾਣਾ, ਪੱਟਾਂ 'ਤੇ ਹੱਥ ਰੱਖ ਲੈਣਾ ਜਾਂ ਬਾਹਾਂ ਨੂੰ ਚੱਕ ਲੈਣਾ ਫਿਰ ਮੱਥਾ, ਇਹ ਨਮਾਜ਼ ਨਹੀਂ ਹੁੰਦੀ। ਕਿ ਕਲਮਾ ਪੜ੍ਹਨੀਆਂ ਨਮਾਜ਼ ਹੁੰਦੀ ਹੈ ਮਨ ਦਾ ਜੁੜਨਾ ਖੁਦਾ ਦੀ ਇਬਾਦਤ ਦੇ ਵਿੱਚ। ਪਰ ਤੁਹਾਡਾ ਤੇ ਵੱਛੀ ਵਿੱਚ ਸੀ ਕਿ ਵੱਛੀ ਖੂਹ 'ਚ ਨਾ ਡਿੱਗ ਜਾਏ। ਸੌਦਾਗਰੀ ਦੂਸਰਾ ਤੇ ਦੂਸਰਾ ਪਟਵਾਰੀ ਕਹਿੰਦਾ ਮੇਰੇ ਨਾਲ ਕਰ ਲੈਂਦੇ। ਉਹ ਕਹਿੰਦੇ ਤੇਰੀ ਸੌਦੇਬਾਜ਼ੀਆਂ ਮੁੱਕਦੀਆਂ ਤੇ ਫਿਰ ਮੈਂ ਤੇਰੇ ਨਾਲ ਨਮਾਜ਼ ਪੜ੍ਹਦਾ। ਇਹਨੂੰ ਅਵਰ ਕਾਜ ਕਿਹਾ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਵੈਸੇ ਅਵਰ ਕਾਜ ਵਿਕਾਰਾਂ ਵਾਲੇ ਵੀ ਨੇ। ਉਹ ਕੰਮ ਛੱਡ ਦੇ ਗੁਰੂ ਕੇ ਸਿੱਖਾ ਜਿਨ੍ਹਾਂ ਕੰਮਾਂ ਦੇ ਵਿੱਚੋਂ ਤੇਰੇ ਜੀਵਨ ਦਾ ਸਮਾਂ ਬਰਬਾਦ ਹੋ ਰਿਹਾ ਹੈ, ਜਿਨ੍ਹਾਂ ਕੰਮਾਂ ਵਿੱਚੋਂ ਤੇਰੀ ਦੇਹ ਦੀ ਤਾਕਤ ਖਤਮ ਹੋ ਰਹੀ ਹੈ, ਤੇਰਾ ਸਮਾਂ ਘਟਦਾ ਜਾ ਰਿਹਾ। ਛਿਨ ਛਿਨ ਔਦ ਘਟੈ, ਇਹ ਘਟ ਰਹੀ ਹੈ, ਦੇਹ ਘਟ ਰਹੀ ਹੈ, ਬਿਲਕੁਲ ਔਦ ਘਟੈ। ਦਿਨਸ ਰਹਿਣ ਆਰੇ ਮਨ ਗੁਰਮਿਲ ਕਾ ਸਵਾਰੇ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ। ਪਰ ਸੰਗਤ ਵਸਤੇ ਇਹ ਤੁਕ ਇਸ ਲਈ ਢੁਕਦੀ ਹੈ ਕਿਉਂਕਿ ਗੁਰੂ ਅਰਜੁਨ ਸਾਹਿਬ ਜੀ ਨੇ ਕੇਵਲ ਨਾਮ ਆਖਿਆ। ਸੰਗਤ ਵਿੱਚ ਬੈਠਿਆਂ ਸਿਰਫ ਤੇਰੀ ਸੁਰਤ ਨਾਮ ਵਿੱਚ ਜੁੜੀ ਹੋਏ, ਬੰਦਗੀ ਵਿੱਚ ਜੁੜੀ ਹੋਏ, ਬਾਕੀ ਸਾਰੇ ਕਾਰਜ ਕਰਨ ਵਾਲਾ ਉਹ ਕਰਤਾਰ ਹੈ। ਫਿਰ ਤੈਨੂੰ ਚੇਤੇ ਆਏਗਾ ਕਿ ਘੱਟੋ ਘੱਟ ਆਪਣੇ ਜੀਵਨ ਵਿੱਚੋਂ, ਆਪਣੇ ਦਿਨ ਵਿੱਚੋਂ ਕੁਝ ਸਮਾਂ ਤੂੰ ਸੰਗਤ ਦੇ ਵਿੱਚ ਦੇ, ਗੁਰੂ ਦੀ ਇਬਾਦਤ ਵਿੱਚ ਦੇ। ਉੱਥੇ ਤੇਰੇ ਕੰਮ ਜਿੱਥੇ ਅਸੀਂ ਜੋੜੇ ਲਾ ਕੇ ਆਉਂਦੇ ਹਾਂ, ਉੱਥੇ ਆਪਣੀਆਂ ਪਰੇਸ਼ਾਨੀਆਂ, ਆਪਣੀਆਂ ਮੁਸੀਬਤਾਂ, ਆਪਣੇ ਕੰਮਾਂ ਕਾਜਾਂ ਦੇ ਖਿਆਲ ਨੂੰ ਵੀ ਛੱਡ ਕੇ ਆਈਏ। ਇੱਥੇ ਹੌਲੇ ਹੋ ਕੇ ਆਈਏ ਤੇ ਸਿਰਫ ਇਬਾਦਤ ਦੀ ਬਖਸ਼ਿਸ਼ ਨੂੰ ਅਸੀਂ ਲੈ ਕੇ ਜਾਈਏ ਜੀ। ਸਰੰਜਾਮ ਲਾਗ ਭਵ ਜਲ ਤਰਨ ਕੈ
जन्म वृथा जात रंग माया कै रहाओ। क्योंकि इस धरती ते होर कोई चीज़ नहीं है ਜਿਹੜੀ ਤੈਨੂੰ ਇਸ ਭਵ ਸਾਗਰ ਦੀ ਅੱਗ ਵਿੱਚੋਂ ਬਚਾ ਸਕੇਗੀ। ਜੇ ਸੰਗਤ ਵਿੱਚ ਆ ਕੇ ਵੀ ਭਵ ਸਾਗਰ ਦੀ ਅੱਗ ਵਿੱਚ ਹੀ ਸੜਨਾ ਹੈ ਤੇ ਫਿਰ ਇੱਥੇ ਕੀ ਲੈਣ ਆਇਆ। ਭਾਈ ਗੁਰਦਾਸ ਜੀ ਨੇ ਕਿਹਾ ਜੇ ਇੱਥੇ ਆ ਕੇ ਵੀ ਸੜਨਾ ਹੀ ਹੈ ਮਾਇਆ ਦੀ ਅੱਗ ਵਿੱਚ ਤੇ ਇਸ ਥਾਂ ਇਸ ਧਰਤੀ ਇਸ ਸਾਰੇ ਬ੍ਰਹਿਮੰਡ 'ਚ ਹੋਰ ਕੋਈ ਥਾਂ ਨਹੀਂ ਹੈ ਜਿਸ ਥਾਂ ਤੇ ਆ ਕੇ ਤੂੰ ਭਵ ਸਾਗਰ ਦੀ ਅੱਗ ਵਿੱਚੋਂ ਬਚ ਜਾਏਗਾ। ਜੇ ਇੱਥੇ ਆ ਕੇ ਵੀ ਸੜਨਾ ਹੈ ਫਿਰ ਮਹਾਰਾਜ ਕਹਿੰਦੇ ਫਿਰ ਇਸ ਤੋਂ ਬਾਹਰ ਜਿਹੜੇ ਬੈਠੇ ਤੇ ਉਹ ਵੀ ਭਲੇ ਨੇ। ਫਿਰ जैसे बड़ी प्यारी भाई गुरदास जी का बचन है जैसे सरता कहते नदी जैसे नाव में आग लगे कहते जिस तरह अग लग जे नाव दे विच ते बेड़ी पानी दे विच पानी दे कंढे विच नदी दे कंढे लिजा के बुझाई जा सकती है। जे वो बेड़ी पानी दे विच चल रही होए ते उहदे विच अग लग जे ते किवें बुझाएगा तू। बड़ा वड्डा सवाल है। तो जे एक चोर तो बचण वास्ते बंदा कहे मैं कोतवाली चला जावां पुलिस थाने तो पुलिस वाला अगों नूं कुट दे रिश्वत मंगण लग जे तो फिर दसो बंदा जाएगा किथे। इसी तरह डाकुआं तो बचण लई बंदा कोर्ट कचहरी जांदा है, बंदा महीपत कोल जांदा है, राजे कोल पुरानी गल महीपत अज दियां कोर्ट कचहरियां जे उत्थे ही इंसाफ ना मिले तो बंदा जाएगा किथे। ये तीन उदाहरण पहला भाई गुरदास जी ने दिते ने ते फिर चौथा उदाहरण दिता है कहते तैसे नर डर डरपत हार गुरु द्वारा जाए। हुण बंदा माया तो बचण वास्ते भव सागर तो तरन लई गुरु घर आया संगत विच आया पर जे संगत विच आके भी होर ही आल जंजाल लैके बैठा है होर ही ताने पैटे उहदे मन दे ख्याल होर ही चल ये भी करना ये भी है ये भी है। भाई गुरदास कहते भलिया इत्थे आके सब कुछ छड़ दे इत्थे सिर्फ एक प्रभु की बंदगी कर। तैसे माया डर डरपत हार गुरुद्वारा जाए तहाँ जो व्यापै माया कहो ठौर आई है। जे इत्थे आके भी तू इस भव सागर तो तरन का जतन नहीं किया तो फिर कोड़ केड़ी ऐसी थां जिहड़ी तैनूं इस बीमारी तो बचा लेगी। इस करके संगत विच बैठियां अवर काज अवर ख्याल नहीं। इत्थे सरंजाम लाग सरंजाम का मतलब पार करन दे जतन जिन्हों असी संजम कहते हैं ना संजम दे विचों ही सरंजाम लफ्ज़ बनया। सरंजाम संजम कर इत्थे संजम भी रख ते इत्थे मुशक्कत भी कर इत्थे मेहनत कर तरन तरन का जतन कर। अपने मन नूं तैनूं लड़ के बिठाना पएगा एवें नहीं मन बैठेगा खिच के लियाउणा पएगा मन नूं कहना पएगा मन परदेसी वे प्यारे आओ करे किथे भजदा फिरदा मूर्ख मना आ सरंजाम लाओ जतन कर भवजल तरन कह ये मशक्कत कर ये जतन कर भवजल नूं तरन वास्ते जन्म वृथा जात रंग माया कह नहीं ते तेरा जन्म सारा ही बिरथा निकल जाएगा इस माया दे रंग दे विच रहाओ। जप तप संजम धर्म ना कमाया सेवा साध ना जानिया हर राया। कहो नानक हम नीच कर्मा शरण परे की राखो शर्मा। ना जप ना तप ना संजम ना धर्म कुछ भी नहीं किया कुछ भी नहीं किया। आही तो भाई गुर बाहर की अगन बूझत जल सरता कै नाव में जो अगन लागे कैसे कै बुझाई है। बाहर से भाग ऊट लीजिए तो कोट गढ़ गढ़ में जो लूट ली जाए कहो कत जाइए। चोरन कै त्रास शरण गह नहिंद मारै महीपत जो कहो कै बचाइए। तैसे नर डर डरपत हार गुरु द्वारा जाए तहाँ जो व्यापै माया कहो ठौर आई है। इनू ही गुरु तेग बहादुर साहब कहते करी की जाता बंदिया प्राणी को हर जस चेतना आवे। महाराज कहते बंदे नूं प्रभु का सिमरन नहीं चेते आता बाकी सारा कुछ चेते है सब कुछ कर लिया तेनू ये नहीं पता लग्या कि तू बीत जय है जन्म अकाज रे समा जन्म वृथा जात रंग माया कै। बीत जा है जन्म अकाज रे निस दिन सुन के पुराण समझ ना रे अजान काल तो है पहुँचियो आन कहा जा है भाज रे किथे भज के जाएगा। एक यही तेरे जीवन नूं सवारण वास्ते बख्शिश सी। जप तप संजम धर्म ना कमाया ना तू जप कीता ना तप कीता ना संजम विकारां तो अपने मन नूं रोकण दा जतन कीता ना धर्म
ਧਰਮ ਕਹਿੰਦੇ ਜ਼ਿੰਮੇਵਾਰੀਆਂ ਨੂੰ ਸਮਝਣਾ, ਜੀਵਨ ਜੁਗਤ ਦੀ ਜੀਵਨ ਜਿਉਣ ਦੀ ਜੁਗਤ ਹੈ ਧਰਮ। ਇਹ ਹਰ ਕਿਸੇ ਨੂੰ ਨਹੀਂ ਮਿਲ ਸਕਦੀ। ਧਰਮ ਕੋਈ ਕੱਪੜਿਆਂ ਦਾ ਨਾਮ ਨਹੀਂ, ਕੋਈ ਤੇੜ ਧੋਤੀ ਕਖਾਈ ਦਾ ਨਾਮ ਨਹੀਂ, ਕੋਈ ਬਾਹਰ ਦੇ ਭੀਖ ਦਾ ਨਾਮ ਨਹੀਂ। ਧਰਮ ਜ਼ਿੰਮੇਵਾਰੀ ਦਾ ਨਾਮ ਹੈ। ਧਰਮ ਦੇ ਮਾਂ ਨੂੰ ਔਂਕੜ ਹੈ ਇੱਕ ਵਚਨ ਕਿ ਉਹ ਧਰਮ ਜਿਹੜਾ ਸਾਰਿਆਂ ਲਈ ਹੈ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਇਹ ਜਿਹੜਾ ਨਿਰਮਲ ਕਰਮ ਹੈ ਇਹਨੂੰ ਧਰਮ ਕਿਹਾ। ਸਮਝਿਓ, ਨਿਰਮਲ ਕਰਮ ਸਾਡੇ ਜੀਵਨ ਦੇ ਵਿੱਚ, ਨਿਰਮਲ ਕਰਮ ਸਾਡਾ ਧਰਮ ਹੈ। ਉਹ ਨਿਰਮਲ ਕਰਮ ਸਾਡੇ ਅੰਦਰ ਨਹੀਂ ਆਏ ਤੇ ਉਹ ਹੀ ਨਹੀਂ ਆਏ। ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਠੀਕ ਹੈ, ਸੱਚ ਸਾਰਿਆਂ ਲਈ ਹੈ, ਪਰ ਆਚਾਰ ਹੋਣਾ, ਅੱਛਾ ਜੀਵਨ ਹੋਣਾ ਨਿਰਮਲ ਕਰਮ ਵਾਲਾ, ਇਹ ਸਭ ਤੋਂ ਉੱਚਾ ਹੈ। ਇਹ ਗ੍ਰੇਟੈਸਟ ਆਫ ਦ ਗ੍ਰੇਟੈਸਟ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਿ ਤੂੰ ਗੁਰੂ ਜਨਾਂ ਦੀ ਸੇਵਾ ਹੀ ਨਹੀਂ ਕੀਤੀ, ਸਾਧ ਜਨਾਂ ਦੀ ਸੰਗਤ, ਸਾਧ ਦਾ ਧੱਦਾ ਮੁਕਤ ਹੈ, ਸੰਤ ਜਨਾਂ ਦੀ ਸੇਵਾ ਹੀ ਨਹੀਂ ਕੀਤੀ। ਪੀਆ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਉ। ਤੂੰ ਸੇਵਾ ਹੀ ਨਹੀਂ ਕੀਤੀ ਕਿ ਜੋ ਦੀਸਾ ਗੁਰ ਸਿਖੜਾ ਤਿਸ ਨਿਵ ਨਿਵ ਲਾਗੂ ਪਾਏ ਜਿਉ। ਤੂੰ ਸੇਵਾ ਵਾਲੇ ਰਸਤੇ 'ਤੇ ਨਹੀਂ ਤੁਰਿਆ। ਕਿ ਇਹ ਸੇਵਾ ਹੈ ਜਿਹਨੂੰ ਸੇਵਾ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨਾ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਤੇ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਸੇਵਾ ਹੈ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਇਹਨੂੰ ਮਾਰ ਕਹਿੰਦੇ ਸੇਵਾ ਸਾਧਨਾ ਜਾਣਿਆ ਹਰ ਰਾਇਆ। ਉਹ ਤੂੰ ਆਨੰਦ ਹੀ ਨਹੀਂ ਜਾਣਿਆ ਸੇਵਾ ਦਾ। ਕਹੋ ਨਾਨਕ ਹਮ ਨੀਚ ਕਰਮਾਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹੀ ਕਰਮ ਨੇ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਤੁਹਾਡਾ ਬਿਰਧ ਵੱਡਾ ਹੈ ਸੱਚੇ ਪਾਤਸ਼ਾਹ। ਸਾਡੇ ਅਵਗੁਣਾਂ ਦੀ ਜਿੰਨੀ ਵੀ ਪੰਡਾਂ ਨੇ, ਜਿੰਨੇ ਵੀ ਸਾਡੇ ਪਾਪ ਨੇ, ਤੁਹਾਡੀ ਸ਼ਰਨ ਵਿੱਚ ਆ ਕੇ ਉਹ ਛੋਟੇ ਹੋ ਜਾਂਦੇ ਆ, ਉਹ ਖਤਮ ਹੋ ਜਾਂਦੇ ਆ। ਕਿਰਪਾ ਕਰੋ, ਅਸੀਂ ਨੀਚ ਆਏ ਹਾਂ, ਅਸੀਂ ਕਰਮ ਨੀਚ ਕਰਮ ਕਰਨ ਵਾਲੇ ਆਏ ਹਾਂ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਸੱਚੇ ਪਾਤਸ਼ਾਹ ਅਸੀਂ ਨੀਚਾਂ ਅੰਦਰ ਨੀਚ ਹਾਂ, ਸੱਚੀ ਮੁੱਚੀ ਨੀਚਾਂ ਅੰਦਰ ਨੀਚ, ਜ਼ਾਤ ਨੀਚੀ ਹੂੰ ਅਤ ਨੀਚ। ਇਹ ਵਾਲਾ ਹਾਲ ਸਾਡੇ ਅੰਦਰ ਹੈ। ਪਰ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਨੀਚਾਂ ਦੇ ਨਾਲ ਹੋ ਜਾਂਦੇ ਹੋ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀ, ਸੁਖੀ ਬਸੈ ਨਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਕਹੋ ਨਾਨਕ ਹਮ ਨੀਚ ਕਰਮਾਂ, ਨੀਚ ਕਰਮਾਂ ਦੇ ਵਿੱਚ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਸੀਂ ਸ਼ਰਨ ਪਰੇ ਨੂੰ, ਸ਼ਰਮਾ ਦਾ ਮਤਲਬ ਹੀ ਹੁੰਦੀ ਹੈ ਕਿ ਸ਼ਰਨ ਤੁਸੀਂ ਆਪਣੀ ਸ਼ਰਨ ਵਿੱਚ ਰੱਖ ਲਓ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ। ਇੱਥੇ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 13 ਅੰਗਾਂ ਦੇ ਵਿੱਚ ਜਿਹੜਾ 100 ਦਰ ਤੇ 100 ਪੁਰਖ ਦੇ ਸ਼ਬਦਾਂ ਦਾ ਮਜ਼ਮੂਨ ਸੀ, ਉਹ 9 ਸ਼ਬਦਾਂ ਦੀ ਵਿਚਾਰ ਅਸੀਂ ਕੀਤੀ ਹੈ। ਇਸ ਤੋਂ ਬਾਅਦ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਰਹਿਰਾਸ ਸਾਹਿਬ ਵਿੱਚ ਅਸੀਂ ਚੌਪਈ ਸਾਹਿਬ ਪੜ੍ਹਦੇ ਹਾਂ, ਉਹਦੀ ਵਿਚਾਰ ਅਸੀਂ ਕਰ ਚੁੱਕੇ ਹਾਂ ਅਸਲੀ। ਇਸ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਅਸੀਂ ਸ਼ਲੋਕ ਜਾਂ ਦੋਹਰਾ ਪੜ੍ਹਦੇ ਹਾਂ, ਉਹ ਤੋਂ ਅਸੀਂ ਵਿਚਾਰ ਸ਼ੁਰੂ ਕਰਾਂਗੇ। ਸਮਾਪਤੀ ਹੈ ਜੀ। ਸਾਰਿਆਂ ਦਾ ਧੰਨਵਾਦ ਹੈ ਜੀ। ਦਾਸ 4 ਦਿਨ ਨੇਪਾਲ ਲਾ ਕੇ ਆਇਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਜੋ ਉੱਥੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੇ ਸਥਾਨ ਨੇ, ਨਾਨਕ ਮੱਠ ਜਿੱਥੇ ਗੁਰੂ ਨਾਨਕ ਸਾਹਿਬ 6 ਮਹੀਨੇ ਰਹੇ ਨੇ, ਉੱਥੇ ਵੀ ਦਰਸ਼ਨ ਕੀਤੇ। ਔਰ ਉੱਥੇ ਪਸ਼ੂਪਤੀ ਮੰਦਿਰ ਹੈ ਸ਼ਿਵ ਜੀ ਦਾ, ਜਿਹੜਾ ਜਿੱਥੇ ਜਾ ਕੇ ਆਪਣੇ ਪਿਤਰਾਂ ਦੀ ਵੀ ਪੂਜਾ ਕਰਦੇ ਨੇ ਹਿੰਦੂ ਲੋਕ, ਅਤੇ ਜਿੱਥੇ ਜਾ ਕੇ ਕ੍ਰਿਮੇਸ਼ਨ ਵੀ ਕੀਤੀ ਜਾਂਦੀ ਹੈ, ਸ਼ਮਸ਼ਾਨ ਘਾਟ ਵੀ ਹੈ। ਉੱਥੇ ਵੀ ਗੁਰੂ ਨਾਨਕ ਸਾਹਿਬ ਦੇ 2 ਥਾਂ ਹੈਗੇ, 2 ਥਾਵਾਂ 'ਤੇ ਪ੍ਰਕਾਸ਼ ਨੇ, ਪਰ ਉਹ ਸਾਨੂੰ ਦਰਸ਼ਨ ਨਹੀਂ ਕਰਾਏ ਗਏ। ਉਹ ਬਿਲਕੁਲ ਮਨਫੀ ਕਰ ਦਿੱਤੇ ਗਏ ਨੇ ਉਹਨਾਂ ਥਾਵਾਂ ਨੂੰ। ਜਦ ਅਸੀਂ ਗਏ ਪਸ਼ੂਪਤੀਨਾਥ ਟੈਂਪਲ ਵੀ, ਫਿਰ ਸਾਨੂੰ ਬਾਅਦ 'ਚ ਲੋਕਲਾਈਟਸ ਤੋਂ ਪਤਾ ਲੱਗਿਆ, ਸਿੱਖਾਂ ਤੋਂ ਜਿਹੜੇ ਉੱਥੇ ਪਰਿਵਾਰ ਨੇ ਖੋਜ ਕੀਤੀ ਕਿ ਇੱਥੇ ਵੀ 2 ਸਥਾਨ 'ਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਸਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਥ ਲਿਖਤ ਸਰੂਪ ਦੇ, ਅਤੇ ਉਦਾਸੀ ਸੰਪਰਦਾ ਉੱਥੇ ਸੇਵਾ ਕਰਦੇ ਸਨ। ਸੋ ਇਹ ਸਾਰੀਆਂ ਗਾਥਾਵਾਂ ਜਾਂ ਨਾਨਕ ਮੱਠ ਜਿੱਥੇ ਗੁਰੂ ਨਾਨਕ ਸਾਹਿਬ ਰਹੇ, ਉਹ ਥਾਵਾਂ ਵੀ ਹੁਣ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਕੱਟਦੀਆਂ ਜਾ ਰਹੀਆਂ ਨੇ। ਉੱਥੇ ਹੋਰ ਥਾਵਾਂ ਦੇ ਕਬਜ਼ੇ ਹੋ ਰਹੇ ਨੇ ਔਰ ਸਾਰਾ ਕੁਝ। ਇਹ ਬਹੁਤ ਸਾਰੀਆਂ ਚਿੰਤਾਵਾਂ ਮੈਂ ਲੈ ਕੇ ਆਇਆ, ਬਹੁਤ ਸਾਰਾ ਕੁਝ
समझ के उत्थे, क्योंकि ये वड्डियां गल्लां ने, असी निमाणे जे कुछ कर नहीं सकते, पर यह है कि हाँ एक मैसेज असी ज़रूर दे सकते हैं कि असी थोड़े जे सुचेत होइए। क्योंकि उदासियाँ गुरु नानक साहब जी जिथे भी तुरे ने, बहुत घट थावां ने जिथे गुरु नानक साहब जी ने 6 महीने बतीत किए होण रुक के, जां किथे कुछ दिनां लई रुके ने, जां वध तों वध 1 महीना। बड़ियां घट थावां ने जिथे गुरु साहब 6 महीने रुके होण, पर नेपाल दे विच काठमंडू च सतगुरु जी 6 महीने रुके ने उस थां ते, जिहड़ा ब्रह्मदास उदासी दा थां सी, अखाड़ा सी, 700 साल पुराना सी। गुरु साहब उत्थे रुके सन ते वो गुरु साहब तो प्रभावित होकर अपना सब कुछ उन्हें गुरु नानक साहब नूं बख्श दिता सी। सो ये बाकी सी सारियां जिहड़ी इतिहासक खोजां दास ने कीतियां, आप संगतां दे नाल फिर आउण वाले समय दे विच सांझियां करांगे। फतेह बुलाओ आखो जी। वाहिगुरू जी का खालसा, वाहिगुरू जी की फतेह। वाहे